ਅੱਛਾ ਸਰ, ਕਿਤਾਬਾਂ ਨਾਲ ਤੁਹਾਡੀ ਬੜੀ ਜ਼ਰੂਰਤ ਹੈ ਔਰ ਤੁਸੀਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਮਖਤੂਤੇ ਨੇ ਉਹਨਾਂ ਦੇ دیਵਾਨੇ ਹੋ। ਅਤੇ ਇਹ ਜਿਹੜੀਆਂ ਤੁਸੀਂ ਕਿਤਾਬਾਂ ਹਰ ਫਨ ਦੇ ਉੱਤੇ ਤੁਸੀਂ ਇਕੱਠੀਆਂ ਕਰਦੇ ਹੋ, ਇਹ ਸਾਰੀ ਇਹ ਸਿਲਸਿਲਾ ਹੈ, ਇਹ ਤੁਹਾਡਾ ਕੀ ਮਤਲਬ ਤੁਹਾਨੂੰ ਅੰਦਰੋਂ ਖਿੱਚ ਪੈਂਦੀ ਹੈ, ਕੀ ਵਜ੍ਹਾ ਹੈ? ਔਰ ਕਿਹਾ ਜਾਂਦਾ ਤੁਹਾਡੇ ਬਾਰੇ 'ਚ ਕਿ ਤੁਸੀਂ ਉਹ ਵੀ ਕਿਤਾਬਾਂ ਪੜ੍ਹੀਆਂ ਨੇ ਜਿਹੜੀਆਂ ਹਾਲੇ ਮਾਰਕੀਟ 'ਚ ਨਹੀਂ ਆਈਆਂ। ਨਹੀਂ, ਮੈਂ ਥੋੜ੍ਹੀ ਜਿਹੀ ਤਸਦੀਕ ਕਰਦੇ ਹਾਂ। ਹਰ ਕਿਤਾਬ ਨਹੀਂ ਮੈਂ ਇਕੱਠੀ ਕਰਦਾ। ਜਿਹੜੇ ਮੇਰੇ ਮੌਜ਼ੂਆਤ ਤੋਂ ਮੁਤਲਕ ਜਿਹੜੀਆਂ ਮੈਂ ਪੜ੍ਹਨਾ ਵਾ, ਮੈਂ ਜਿਹੜੀਆਂ ਮੈਂ ਪੜ੍ਹਨੀਆਂ ਹੁੰਦੀਆਂ ਨੇ ਉਹੀ ਮੈਂ ਲੈਣ ਜਾਂਦਾ ਵਾ। ਉਹਦੇ ਮਖਤੂਤੇ ਨੇ, ਉਹਦੀਆਂ ਚੀਜ਼ਾਂ ਨੇ। ਮਖਤੂਤਾ ਜ਼ਾਹਿਰ ਇੱਕ ਕੀਮਤੀ ਚੀਜ਼ ਹੁੰਦੀ, ਉਹ ਤੁਹਾਨੂੰ ਖਰੀਦਿਆ ਨਹੀਂ ਜਾ ਸਕਦਾ। ਲੇਕਿਨ ਹੈਗਾ ਕਿ ਉਹ ਜਿਹੜੇ ਮੇਰੇ ਮੌਜ਼ੂਆਤ ਨੇ ਉਹ ਮੈਂ ਦੇਖਣਾ। ਉਹ ਹਰ ਬੰਦੇ ਦਾ ਜਿਹੜਾ ਮੌਜ਼ੂ ਹੈ, ਅਗਰ ਤੁਹਾਡਾ ਮੌਜ਼ੂ ਹੈ ਅਕਾਊਂਟੈਂਟ, ਉਹ ਤਾਂ ਤੁਹਾਡੇ ਘਰ ਅਕਾਊਂਟ ਦੀ ਕਿਤਾਬਾਂ ਦੀ ਇੱਕ ਸ਼ੈਲਫ 'ਤੇ ਹੋਣੀ ਚਾਹੀਦੀ ਹੈ। ਸੋ ਮੇਰਾ ਚੂँਕਿ ਲਿਟਰੇਚਰ ਨਾਲ ਔਰ ਇਹੋ ਜਿਹੇ ਲੂਮੋ ਫਨੂਨ ਨਾਲ ਤਾਲੁਕ ਹੈ, ਥੋੜ੍ਹੀ ਜਿਹੀ ਕਿਤਾਬਾਂ ਮੇਰੇ ਕੋਲ ਉਹਦੀਆਂ ਵੀ ਹੈਗੀਆਂ ਨੇ। ਸਰ ਤੁਹਾਡੇ ਕੋਲ ਚੈਸ ਦੀਆਂ ਕਿੰਨੀਆਂ ਕਿਤਾਬਾਂ ਮੌਜੂਦ? ਹੁਣ ਤਾਂ ਨਹੀਂ ਹੈਗੀਆਂ। ਇੱਕ ਦੌਰ 'ਚ 1000 ਕੁਛ ਕਿਤਾਬਾਂ ਸਨ ਚੈਸ ਦਾ ਸ਼ੌਕ ਕਿਸ ਹੱਦ ਤੱਕ ਤੁਹਾਨੂੰ ਹੈ? ਚੈਸ ਮੈਂ ਖੇਡਦਾ ਹੁੰਦਾ ਸੀ, ਮੇਰੇ ਮਾਜ਼ੀ ਦਾ ਹਿੱਸਾ ਹੈ। 20 ਸਾਲ 25 ਸਾਲ ਪਹਿਲੇ ਮੈਂ ਚੈਸ ਖੇਡਣੀ ਛੱਡ ਦਿੱਤੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਖਤਾਤੀ ਵੀ ਕਰਨੀ ਹੈ, ਸ਼ਾਇਰੀ ਵੀ ਕਰਨੀ ਹੈ, ਔਰ ਚੈਸ ਤੇ ਨਹੀਂ ਖੇਲੀ ਜਾ ਸਕਦੀ ਫਿਰ, ਕਿਉਂਕਿ ਸਾਰੀ ਰਾਤ ਬੋਰਡ 'ਤੇ ਬਹਿਣਾ ਤਾਂ ਕੋਈ ਕੰਮ ਨਹੀਂ। ਮੈਨੂੰ ਲੱਗਾ ਕਿ ਮੈਨੂੰ ਕੁਛ ਮਹਿਦੂਦ ਹੋਣਾ ਚਾਹੀਦਾ, ਕੁਝ ਇਹ ਨਹੀਂ ਕਿ ਜੋ ਵੀ ਕੰਮ ਕਰਨਾ ਉਹ ਕਰੀ ਜਾਣਾ। ਸੋ ਚੈਸ ਜਿਹੜਾ ਨਾ ਹੁਣ ਇੰਨੀ ਕੁ ਹੱਦ ਤੱਕ ਤਾਂ ਹੈ ਵੀ ਕਿ ਟੂਰਨਾਮੈਂਟ ਕੋ ਹੋ ਰਿਹਾ ਬੰਦਾ ਦੇਖ ਲੈਂਦਾ, ਜਿਸ ਤਰ੍ਹਾਂ ਤੁਸੀਂ ਆਮ ਸ਼ਾਇਕੀਨ ਜਿਸ ਤਰ੍ਹਾਂ ਕ੍ਰਿਕਟ ਦੇਖਦੇ ਹੋ। ਲੇਕਿਨ ਮੈਂ ਚੈਸ ਫਿਰ ਛੱਡ ਦਿੱਤੀ ਸੀ। ਅੱਛਾ, ਕੀ ਪਾਤਰ ਦਾ ਜੀਵਨ ਹੈ? ਇੱਕ ਤੁਹਾਡੀ ਕਿਤਾਬ ਆਈ ਕਹਾਣੀਆਂ ਦੀ, ਪੰਜਾਬੀ ਕਹਾਣੀਆਂ ਦੀ, ਅਤੇ ਇਹ ਤੁਸੀਂ ਜਿਹੜਾ ਕਹਾਣੀ ਕਿਦੋਂ ਤੁਹਾਡਾ ਲੱਗਿਆ ਕਿ ਤੁਸੀਂ ਕਹਾਣੀ ਲਿਖ ਸਕਦੇ ਹੋ, ਜਾਂ ਕਿਹੜੀ ਵਾਰਦਾਤ ਸੀ ਜਿਹਨੇ ਤੁਹਾਨੂੰ ਸ਼ਾਇਰੀ ਤੋਂ ਫਿਰ ਕਹਾਣੀਆਂ ਲੈ ਕੇ? ਨਹੀਂ, ਕੋਈ ਵਾਰਦਾਤ ਤੁਹਾਨੂੰ ਲਿਟਰੇਚਰ ਦੀ ਇੱਕ ਫੀਲਡ ਤੋਂ ਦੂਸਰੀ ਫੀਲਡ ਦੀ ਤਰਫ ਨਹੀਂ ਲੈ ਕੇ ਆਉਂਦੀ। ਇਹ ਕੋਈ ਦੋ ਅਲੱਗ-ਅਲੱਗ ਉਲੂਮ ਨਹੀਂ ਹੈ, ਇਜ਼ਹਾਰ ਦੇ ਤਰੀਕੇ ਨੇ। ਮੈਨੂੰ ਲੱਗਾ ਕਿ ਮੈਂ ਜਿਹੜੀ ਚੀਜ਼ਾਂ ਰਦੀਫ ਕਾਫੀਏ ਦੀ ਪਾਬੰਦੀ ਨਾਲ ਨਹੀਂ ਕਰ ਸਕਦਾ, ਮੈਂ ਉਹਨੂੰ ਕਹਾਣੀ ਜ਼ਾਹਿਰ ਹੈ, ਚੂँकि ਮੈਂ ਲਿਟਰੇਚਰ ਪਹਿਲੇ ਪੜ੍ਹਦਾ ਸੀ, ਸੋ ਮੈਂ ਕਹਾਣੀਕਾਰ ਵੀ ਪੜ੍ਹਦਾ ਸੀ ਪਹਿਲੇ, ਤਾਂ ਉਹਦੀ ਕੋਈ ਖ਼ਾਸ ਵਜ੍ਹਾ ਨਹੀਂ ਹੁੰਦੀ ਕਿ ਬਸ ਮੈਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਕਿਤਾਬ ਦਾ ਮਾਮਲਾ ਹੈ ਕਿ ਕਿਤਾਬ ਮੇਰੇ ਨਾਲੋਂ ਜ਼ਿਆਦਾ ਮੇਰੇ ਦੋਸਤਾਂ ਦੀ ਕਿਤਾਬ ਹੈ। ਤੁਸੀਂ ਕੋਸ਼ਿਸ਼ ਕਰਦੇ ਸੀ, ਇਕਬਾਲ ਕੈਸਰ ਸਾਹਿਬ ਕੋਸ਼ਿਸ਼ ਕਰਦੇ ਸਨ, ਈਵਨਸ ਕਿ ਫਾਹਦ ਜਿਹੜਾ ਸਾਡਾ ਦੋਸਤ ਹੈ ਅਕਸ ਪਬਲਿਸ਼ਰ ਵਾਲਾ, ਉਹਨੇ ਮੈਨੂੰ ਬਾਰਹਾ ਕਿਹਾ ਕਿ ਯਾਰ ਤੁਸੀਂ ਕਿਤਾਬ ਨਹੀਂ, ਕਿਤਾਬ ਉਹਨੇ ਤਾਂ ਮੈਨੂੰ ਉਦੋਂ ਵੀ ਕਿਹਾ ਸੀ ਜਦੋਂ ਕਿਤਾਬਾਂ ਦਾ ਕੰਮ ਵੀ ਨਹੀਂ ਸੀ ਕਰਦਾ, ਕਿ ਅਗਰ ਮੈਂ ਜ਼ਿੰਦਗੀ ਦੀ ਕਿਤਾਬਾਂ ਦਾ ਕੰਮ ਕੀਤਾ ਮੈਂ ਤੁਹਾਡੀ ਕਿਤਾਬ ਜ਼ਰੂਰ ਛਾਪਾਂਗਾ। ਸੋ ਉਹਦੀ ਮਿਹਰਬਾਨੀ, ਉਹਨੇ ਛਾਪੀ। ਅਤੇ ਉਹ ਮੈਨੂੰ ਹੁਣ ਵੀ ਨਹੀਂ ਲੱਗਦਾ ਕਿ ਬਸ ਉਹ ਕਿਤਾਬ ਪਤਾ ਨਹੀਂ ਛਪਣੀ ਚਾਹੀਦੀ ਸੀ ਕਿ ਨਹੀਂ ਛਪਣੀ ਚਾਹੀਦੀ, ਉਹ ਛਪ ਗਈ। ਛਪ ਗਈ। ਪਹਿਲੀ ਕਿਹੜੀ ਕਹਾਣੀ ਸੀ ਤੁਹਾਡੀ ਜਿਹੜੀ ਤੁਸੀਂ ਪਹਿਲੀ ਕਹਾਣੀ ਜਿਹੜੀ ਤਖਲੀਕ ਕੀਤੀ? ਉਹ ਵਪਾਰੀ ਸੀ, ਉਹਨੇ ਮੈਂ ਕਹਾਣੀ ਕਿਤਾਬ 'ਚ ਸ਼ਾਮਿਲ ਕੀਤੀ। ਅੱਛਾ। ਪਹਿਲੀ ਜਿਹੜੀ ਕਹਾਣੀ ਉਹ ਸੀ, ਮੈਨੂੰ ਲੱਗਾ ਕਿ ਉਹ ਕਮਜ਼ੋਰ ਹੈ ਸ਼ਾਇਦ ਕਹਾਣੀ। ਤੁਹਾਡੀ ਮਸ਼ਕ ਦੀ ਚੀਜ਼ਾਂ ਹੁੰਦੀਆਂ ਨਾ, ਬਹੁਤ ਸਾਰੀਆਂ ਚੀਜ਼ਾਂ ਲਿਖ ਕੇ ਪਾੜ ਦਿੰਦੇ, ਜ਼ਾਇਆ ਕਰਨ ਦੇ ਕਾਬਲ ਵੀ ਹੁੰਦੀਆਂ ਨੇ। ਸੋ ਸਨਾਵਰ ਚਦਰ ਸਾਹਿਬ ਨੇ, ਅੱਲਾ ਬਖਸ਼ੇ, ਇੱਕ ਕਹਾਣੀਕਾਰ ਨੇ ਪੰਜਾਬੀ ਦੇ ਵੱਡੇ, ਉਹਨਾਂ ਨੇ ਮੈਨੂੰ ਕਿਹਾ ਤੈਨੂੰ ਲਿਖਣਾ ਆਉਂਦਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਨਹੀਂ ਤੂੰ ਕਹੋ ਤੈਨੂੰ ਲਿਖਣਾ ਆਉਂਦਾ। ਮੈਂ ਕਿਹਾ ਜੀ ਠੀਕ ਹੈ ਜੀ, ਮੈਨੂੰ ਲਿਖਣਾ ਆਉਂਦਾ। ਕਹਿੰਦੇ ਹੁਣ ਦੱਸ ਤੈਨੂੰ ਕੱਟਣਾ ਆਉਂਦਾ? ਮੈਂ ਕਿਹਾ ਜੀ ਕੱਟਣਾ ਨਹੀਂ ਆਉਂਦਾ। ਉਹ ਕਹਿੰਦੇ ਨਹੀਂ ਕੱਟਣਾ ਜ਼ਰੂਰ ਸੀ, ਉਹਦੇ ਬਗੈਰ ਲਿਖਣਾ ਕੁਛ ਨਹੀਂ ਹੁੰਦਾ। ਸੋ ਮੈਂ ਬਹੁਤ ਸਾਰੀਆਂ ਚੀਜ਼ਾਂ ਕੱਟ ਦਿੱਤੀਆਂ, ਬਲਕਿ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕੱਟ ਦੇਣੀਆਂ ਚਾਹੀਦੀਆਂ ਸੀ ਕਿਤਾਬ 'ਚੋਂ ਵੀ, ਲੇਕਿਨ ਉਹ ਫਿਰ ਕਿਤਾਬ ਹੀ ਨਹੀਂ ਸੀ ਬਣਦੀ। ਦੋਸਤਾਂ ਨੇ ਕਿਹਾ ਨਹੀਂ ਛਾਪ, ਲਾਜ਼ਮੀ ਤੌਰ 'ਤੇ ਛਾਪ। ਇਕਬਾਲ ਕੈਸਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਛਾਪਾਂ, ਫਿਰ ਜ਼ਿਆਦਾ ਛਪੀ। ਸਰ ਤੁਸੀਂ ਅਕਸਰ ਜ਼ਿਕਰ ਕਰਦੇ ਕਿ ਤੁਸੀਂ ਬਹੁਤ ਸਾਰੀਆਂ ਬੇਸ਼ੁਮਾਰ ਗਜ਼ਲਾਂ ਜਿਹੜੀਆਂ ਨੇ ਉਹ ਤੁਸੀਂ ਉਸਤਾਦ ਜੀ ਤੋਂ ਸਲਾਹ ਲੈਣ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਯਾਰ ਨਹੀਂ ਸਨ, ਅਤੇ ਤੁਸੀਂ ਉੱਥੇ ਸੀੜੀਆਂ 'ਤੇ ਪਾੜ ਛੱਡਦੇ ਸਰ? ਹਾਂਜੀ, ਜਦੋਂ ਫਰਜ਼ ਕਰੋ ਕੋਈ ਦਰਜੀ ਕੱਪੜੇ ਸੀ, ਉਹ ਪਹਿਲੇ ਦਿਨ ਤਾਂ ਸਿੱਧਾ ਬਖਾ ਨਹੀਂ ਨਾ ਲਾ ਲੈਂਦਾ। ਉਹ ਜਿਹੜੀਆਂ ਗਜ਼ਲਾਂ ਸੀ ਉਹ ਮੈਨੂੰ ਲੱਗਾ ਕਿ ਮਸ਼ਕ ਦੇ ਤੌਰ 'ਤੇ ਲਿਖੀਆਂ ਹੋਈਆਂ ਨੇ। ਮਸ਼ਕ ਲੈ ਲਈ, ਮੈਂ ਜਿਹੜਾ ਕੰਮ ਸਿੱਖਣਾ, ਅਗਲੀ ਗਜ਼ਲ ਮੈਂ ਇਸ ਤੋਂ ਚੰਗੀ ਲਿਖ ਕੇ ਲਿਆਵਾਂਗਾ। ਉਹ ਉਸ ਤੋਂ ਵੀ ਅਜੀਬੋ ਗਰੀਬ ਹੁੰਦੀ ਸੀ, ਫਿਰ ਮੈਂ ਸੋਚਦਾ ਸੀ ਉਸ ਤੋਂ ਚੰਗੀ ਲਿਖ ਕੇ ਲਿਆਵਾਂਗਾ, ਉਹ ਹੋਰ ਅਜੀਬ ਹੋ ਜਾਂਦੀ ਸੀ। ਅਤੇ ਇਹ ਇੱਕ ਕੋਸ਼ਿਸ਼ ਸੀ ਸਿੱਖਣ ਦੀ, ਬੁਨਿਆਦੀ ਤੌਰ 'ਤੇ ਮੇਰਾ ਕੰਮ ਸੀ ਜਾਂ ਮੇਰਾ ਸ਼ੌਕ ਸੀ ਕਿ ਮੈਂ ਸਿੱਖ ਲਵਾਂ ਚੀਜ਼ਾਂ। ਚੰਗੀ ਤਖਲੀਕ ਜਿਹੜੀ ਹੋਏਗੀ ਫਿਰ ਰੱਖ ਲਿਓ, ਤਾਂ ਉਹ ਵੀ ਰੱਖ ਲੈਣਗੇ, ਦੋਸਤ ਵਗੈਰਾ ਰੱਖ ਲੈਣਗੇ। ਹੁਣ ਤੁਹਾਡੇ ਰਿਕਾਰਡਿੰਗਸ ਹੋ ਰਹੀਆਂ ਨੇ, ਰਿਕਾਰਡ ਵੀ ਕਰ ਦੇਣਾ ਚੀਜ਼ਾਂ। ਅੱਛਾ ਸਰ, ਕਿਤਾਬ ਦੀ ਅਸੀਂ ਗੱਲ ਕਰੀਏ, ਜਦੋਂ ਅਸੀਂ ਸ਼ਾਇਰੀ ਦੀ ਕਿਤਾਬ ਲਿਆਉਣੀ ਹੁੰਦੀ ਹੈ, ਉਸ ਕਿਤਾਬ ਦੇ ਅੰਦਰ ਕਿਹਾ ਇਹ ਵੀ ਜਾਂਦਾ ਸਾਜ਼ਾ, ਕੁਛ ਕਹਿੰਦੇ ਨੇ ਕਿ ਜਨਾਬ 15 ਤੋਂ 20 ਸ਼ੇਰ ਕਹੋ, ਫਿਰ ਉਹਦੇ ਤੋਂ ਬਾਅਦ ਜਿਹੜਾ ਕੀ ਕਹਿੰਦੇ ਆ ਜਿਹੜੇ ਅੱਛੇ 5 ਸ਼ੇਰ ਆ ਉਹ ਤੁਸੀਂ ਉਹਦੇ ਵਿੱਚ ਜਿਹੜਾ ਗਜ਼ਲ ਦੇ ਵਿੱਚ ਰੱਖੋ। ਅਤੇ ਇਸੇ ਤਰ੍ਹਾਂ ਜਦੋਂ ਕਿਤਾਬ ਲਿਆਈ ਜਾਂਦੀ ਉਦੋਂ ਕਹਿੰਦੇ ਤੁਸੀਂ ਗਜ਼ਲਾਂ ਜਿਹੜੀਆਂ ਉਹ ਮਤਲਬ ਉਹਦੀ ਤਾਦਾਦ ਤੋਂ ਤਕਰੀਬਨ 125% ਜ਼ਿਆਦਾ ਹੋਣੀ ਚਾਹੀਦੀ ਤੁਹਾਡੀ ਗਜ਼ਲ, ਅਤੇ ਬਾਕੀ ਤੁਸੀਂ ਕੱਟੋ ਅਤੇ ਫਿਰ ਉਹਨਾਂ ਨੂੰ ਜਿਹੜਾ ਕਿਤਾਬ ਲਿਆਓ। ਇਹ ਇੰਤਖਾਬ ਦਾ ਕੀ ਸਿਲਸਿਲਾ ਹੋਣਾ ਚਾਹੀਦਾ? ਉਹ ਪਰਸੈਂਟੇਜ ਨਹੀਂ ਹੈ। ਇੱਕ ਬੰਦੇ ਦੀਆਂ 100 ਗਜ਼ਲਾਂ 'ਚੋਂ ਨਿਕਲਦੀਆਂ ਹੀ 2 ਗਜ਼ਲਾਂ ਨੇ।
ਦੋ ਗਦਰਾਂ ਦੀ ਕਿਤਾਬ ਨਹੀਂ ਉਹਨੇ ਛਾਪ ਲੈਣੀ। ਇੱਕ ਤਾਂ ਮਾਮਲਾ ਹੈ ਸਿਰਫ ਇਹ ਵੇ ਕਿ ਸ਼ਾਇਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਕਿਤਾਬ ਹੋਣ ਆ ਜਾਣੀ ਚਾਹੀਦੀ। ਔਰ ਜਦੋਂ ਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਉਹਨੂੰ ਕਿਤਾਬ ਉਸ ਤੋਂ ਪਹਿਲੇ ਕਿਤਾਬ ਨਹੀਂ ਛਾਪਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜਾਵੇ। ਅਗਰ ਨਹੀਂ ਮਤਲਬ ਮੈਂ ਤੇ ਖਾਸ ਤੌਰ ਤੇ ਸ਼ਾਇਰਾਂ ਦੀ ਜਿਹਦੇ ਤੋਂ ਤਾਲੁਕ ਰੱਖਣਾ, ਤੁਸੀਂ ਦੇਖੋ ਕਿ ਉਸਤਾਦ ਦਾਮਨ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਕੋਈ ਕਿਤਾਬ ਨਹੀਂ ਛਾਪੀ। ਉਹਨਾਂ ਤੋਂ ਬਾਅਦ ਉਹਨਾਂ ਦਾ ਕਲਾਮ ਇਕੱਠਾ ਕੀਤਾ, ਅਕੈਡਮੀ ਨੇ ਇਕੱਠਾ ਕੀਤਾ, ਦਾਮਨ ਦੇ ਮੋਤੀ ਦੇ ਨਾਂ ਨਾਲ ਛਾਪ ਦਿੱਤਾ ਉਹਨਾਂ ਨੇ, ਠੀਕ ਜਿੰਨਾ। ਅੱਛਾ, ਫਿਰ ਕਲਾਮ ਉਸਤਾਦ ਦਾ ਆਪਣਾ ਵੀ ਕਹਿਣਾ ਸੀ, ਕਲਾਮ ਉਹ ਹੁੰਦਾ ਜਿਹੜਾ ਲੋਕ ਯਾਦ ਰੱਖਦੇ ਨੇ। ਸ਼ਾਇਦ ਉਹ ਇਹ ਸ਼ਾਇਰੀ ਦੀ ਇੱਕ ਐਸੀ ਸਿਨਫ ਨਾਲ ਤਾਲੁਕ ਸੀ, ਉਹਨਾਂ ਨੂੰ ਉਹ ਚੀਜ਼ਾਂ ਯਾਦ ਸੀ, ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਯਾਦ ਸੀ। ਫਿਰ ਇੱਕ ਦੌਰ ਦੇ ਵਿੱਚ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਸਾਬਤ ਹੋਇਆ, ਲੋਕਾਂ ਨੂੰ ਇੰਨਾ ਕਲਾਮ ਯਾਦ ਸੀ ਕਿ ਉਹ ਇਕੱਠਾ ਕਰਕੇ ਕਿਤਾਬ ਬਣ ਗਿਆ। ਉਹਨਾਂ ਨੇ ਇਕੱਠਾ ਕਰਕੇ ਕਿਤਾਬ ਛਾਪ ਦਿੱਤੀ। ਉਸਤਾਦ ਹੋਰਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਸਾਈਂ ਜੀ ਦੇ ਵੀ ਮੁਤਲਕ ਐ ਸੀ ਕਿ ਮੈਂ ਉਹਨਾਂ ਦੀ ਆਖਰੀ ਉਮਰ 'ਚ ਇੱਕ ਰਿਟਾਇਰਡ ਹੋਣ ਵਾਲੇ ਸੀ ਗਾਲਬਨ AG ਆਫਿਸਰ, ਤੇ ਮੈਂ ਉਹਨਾਂ ਨੂੰ ਕਿਹਾ ਕਿ ਸਾਈਂ ਜੀ ਤੁਸੀਂ ਕੁਝ ਚੀਜ਼ਾਂ ਲਿਖਵਾ ਦਿਓ। ਤੇ ਕਹਿਣ ਲੱਗੇ ਯਾਰ ਉਹ ਫਲਾਣਾ ਵੀ ਦੋਸਤ ਮੰਗ ਰਿਹਾ ਸੀ ਇੱਕ ਕਿਤਾਬ ਨਜ਼ਮ ਦੀ ਕਾਪੀ, ਉਹ ਲਾਮੀਆਂ ਥੱਲੇ ਆ ਉਹਨਾਂ ਦੀ ਮਸ਼ਹੂਰ ਕਾਪੀ ਮੰਗ ਰਿਹਾ ਸੀ, ਤੇ ਤੂੰ ਕਿਤਾਬਤ ਕਰ ਦੇ ਕੁਛ ਇਹਦਾ। ਮੈਂ ਇਸ ਬਹਾਨੇ ਨਾਲ ਕਿ ਤੁਹਾਨੂੰ ਮੈਂ ਕਿਤਾਬਤ ਕਰ ਦਿੰਦਾ ਵਾਂ ਚੀਜ਼ਾਂ, ਉਹਨਾਂ ਨੂੰ ਕਿਹਾ ਠੀਕ ਹੈ। ਮੈਂ ਉਹਨਾਂ ਕੋਲੋਂ ਕਾਗਜ਼ ਫੜਿਆ, ਪੈਨਸਲ, ਮੈਂ ਕਿਹਾ ਸਾਈਂ ਜੀ ਲਿਖਾਓ। ਉਹਨਾਂ ਨੇ ਬੋਲਣੇ ਸ਼ੁਰੂ ਕਰ ਦਿੱਤੇ। ਉਹ ਨੀਮ ਗਨੂਦਗੀ 'ਚ ਬੋਲੀ ਕਿ ਮੈਂ ਲਿਖੀ ਗਿਆ 40 ਬੰਦ ਤਕਰੀਬਨ ਮੈਂ ਉਹਨਾਂ ਦੀ ਇਸ ਨਜ਼ਮ ਦੇ ਲਿਖ ਲਿਆ ਲਾਮੀਆਂ ਥੱਲੇ ਆ। ਅਗਲੇ ਦਿਨ ਮੈਂ ਉਹਨੂੰ ਕਿਤਾਬਤ ਕੀਤਾ, ਉਹਨਾਂ ਨੂੰ ਪਹੁੰਚਾ ਦਿੱਤਾ। ਇਕਬਾਲ ਸਾਹਿਬ ਜਿਹੜੇ ਮੁਹੰਮਦ ਇਕਬਾਲ ਮੁਹੰਮਦ ਸਾਹਿਬ, ਉਹਨਾਂ ਨੂੰ ਮੈਂ ਉਦੋਂ ਵੀ ਸ਼ਾਇਦ ਇਹ ਗੱਲ ਕਹੀ ਸੀ ਕਿ ਮੇਰੀ ਕੋਸ਼ਿਸ਼ ਹੈ ਯਾਰ, ਪਤਾ ਨਹੀਂ ਇਹਨਾਂ ਨੂੰ ਕਹਿਣ ਦੇ ਬਾਵਜੂਦ ਉਹਨਾਂ ਨੇ ਕਿਤਾਬ ਛਪਵਾਉਣੀ ਕਿ ਨਹੀਂ ਛਪਵਾਉਣੀ। ਫਿਰ ਮੈਂ ਉਹਨਾਂ ਦੀ ਮੈਂ ਬੰਦਾ ਬੜਾ ਖਾਸ ਹਾਂ, ਜਿਹੜਾ ਮੁੰਡਾ ਘਰ 'ਚੋਂ ਵਿਹਲਾ ਹੈ, ਉਹ ਮੈਂ ਸਾਰੀਆਂ ਨਜ਼ਮਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਫੇਮ ਨਜ਼ਮਾਂ ਸੀ, ਕਮ ਅਜ਼ ਕਮ ਮਸ਼ਹੂਰ ਨਜ਼ਮਾਂ, ਉਹ ਸਾਰੀਆਂ ਕਿਤਾਬਤ ਕੀਤੀਆਂ। ਉਹਨਾਂ ਦੀ ਕਿਤਾਬਤ ਦੀ ਕਾਪੀ ਸ਼ਾਇਦ ਅਕੈਡਮੀ ਦੇ ਰਿਕਾਰਡ 'ਚ ਹੁਣ ਵੀ ਕਿਧਰੇ ਪਈ ਹੋਵੇ। ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਮੁਹੰਮਦ ਇਕਬਾਲ ਮੁਹੰਮਦ ਸਾਹਿਬ ਨੇ ਉਹਨਾਂ ਨੂੰ ਕਾਇਲ ਕਰ ਲਿਆ ਕਿ ਕਿਤਾਬ ਛਾਪ ਜਿਹੜੀ ਨਾ ਉਹ ਤੁਸੀਂ ਛਾਪੋ। ਫਿਰ ਉਹਨਾਂ ਦੇ ਕਹਿਣ 'ਤੇ ਦਿਨ ਰਾਤ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਉਹ ਕਿਤਾਬ ਉਹ ਫਿਰ ਉਸ ਤੋਂ ਛਪ ਗਈ। ਵਰਨਾ ਉਹਨਾਂ ਦੀ ਵੀ ਕਿਤਾਬ ਨਹੀਂ ਸੀ ਆਣੀ। ਅਗਰ ਥੋੜ੍ਹਾ ਜਿਹਾ ਵੀ ਲੇਟ ਹੋ ਜਾਂਦੇ ਉਹਨਾਂ ਦੀ ਕਿਤਾਬ ਨਹੀਂ ਸੀ ਆਣੀ, ਕਿਉਂਕਿ ਉਹਨਾਂ ਦੀ ਕਿਤਾਬ ਉਹਨਾਂ ਦੀ ਆਖਰੀ ਉਮਰ 'ਚ ਆਈ। ਸੋ ਮੈਨੂੰ ਵੀ ਜ਼ਾਤੀ ਤੌਰ 'ਤੇ ਕਦੀ ਦਿਲਚਸਪੀ ਪੈਦਾ ਨਹੀਂ ਹੋਈ ਕਿਤਾਬ ਛਪਵਾਉਣ 'ਚ। ਚਲੋ ਕੋਈ ਨਹੀਂ, ਸਾਨੂੰ ਤਾਂ ਹੈ। ਅੱਛਾ, ਮੈਨੂੰ ਇੱਕ ਹੋਰ ਜਿਹੜਾ ਸਾਡੇ ਨਵੇਂ ਲਿਖਣ ਵਾਲਿਆਂ ਵਾਸਤੇ ਖਾਸ ਤੌਰ 'ਤੇ ਕਿਹਾ ਜਾਂਦਾ, ਜਿਸ ਤਰ੍ਹਾਂ ਤੁਸੀਂ ਕਿਹਾ ਜਿੰਨੀ ਦੇਰ ਉਸਤਾਦ ਜੀ ਜ਼ਿੰਦਾ ਸਨ ਤੁਸੀਂ ਜਿਹੜਾ ਕਿ ਕਹਿੰਦੇ ਹੁੰਦੇ ਮੁਸ਼ਾਇਰਾ ਕੋਈ ਨਹੀਂ ਪੜ੍ਹਿਆ। ਅਸੀਂ ਪਿੱਛੇ ਬੈਠ ਕੇ ਕਾਫੀ ਦੇਰ ਸੁਣਿਆ, ਫਿਰ ਉਸ ਤੋਂ ਬਾਅਦ ਸ਼ਾਇਰੀ ਕਰਨੀ ਸ਼ੁਰੂ ਕੀਤੀ, ਫਿਰ ਉਸ ਤੋਂ ਬਾਅਦ ਪੜ੍ਹਨੀ ਸ਼ੁਰੂ ਕੀਤੀ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਤੁਹਾਨੂੰ ਮੁਤਾਲਿਆ ਕਰ ਲੈਣਾ ਚਾਹੀਦਾ ਹੈ, ਜਾਂ ਕਿੰਨਾ ਕੁ ਤੁਹਾਨੂੰ ਪੜ੍ਹ ਲੈਣਾ ਚਾਹੀਦਾ, ਜਾਂ ਸੁਣ ਲੈਣਾ ਚਾਹੀਦਾ, ਜਾਂ ਪੀਰੀਅਡ ਦੋਸਤਾਂ ਦੇ ਨਾਲ ਸਾਜ਼ਾਂ ਨਾਲ ਗੁਜ਼ਾਰ ਕੇ ਫਿਰ ਸ਼ੇਰ ਕਹਿਣਾ ਚਾਹੀਦਾ? ਨਹੀਂ, ਇਹ ਕੋਈ ਸਿਲੇਬਸ ਨਹੀਂ ਹੈ। ਮਤਲਬ ਮੈਂ ਇਹ ਮੇਰਾ ਲਾਸ਼ੌਰੀ ਤੌਰ 'ਤੇ ਸਮਝੋ ਇਸ ਤਰ੍ਹਾਂ ਹੋ ਗਿਆ, ਇਹ ਕੋਈ ਤੈਅਸ਼ੁਦਾ ਨਹੀਂ ਹੈ ਕਿ ਤੁਸੀਂ ਇੰਨਾ ਚਿਰ ਪੜ੍ਹੋ। ਮਤਲਬ ਮੈਂ ਕਿੰਨਾ ਜਜ਼ਬ ਕਰਨਾ ਵਾ ਇਹ ਗੱਲ ਹੈ। ਮੈਂ 1000 ਸਫ਼ਿਆਂ ਦੀ ਕਿਤਾਬ ਪੜ੍ਹ ਕੇ ਮੈਨੂੰ ਕੋਲ 2 ਸਫ਼ੇ ਵੀ ਜਜ਼ਬ ਨਹੀਂ ਹੋਏ, ਤੇ ਉਹ 1000 ਸਫ਼ਿਆਂ ਦਾ ਪੜ੍ਹਿਆ ਤੇ ਮੇਰੇ ਤਜਰਬੇ ਦਾ ਜਿਹੜਾ ਮੇਰਾ ਮੁਤਾਲਿਆ ਹਿੱਸਾ ਬਣਦਾ ਉਹ ਖੁਦ ਹੀ ਤੈਅ ਕਰਦਾ। ਮੈਂ ਇਹ ਨਹੀਂ ਕਿਹਾ ਕਿ ਪਹਿਲੇ ਬੰਦੇ ਨੂੰ ਸਿੱਖਣਾ ਚਾਹੀਦਾ। ਫਿਰ ਮੈਂ ਜਦੋਂ ਸ਼ੇਰ ਕਹਿ ਰਿਹਾ ਸੀ, ਮੈਂ ਉਹਦੇ 14 ਸਾਲ ਤਕਰੀਬਨ 14 ਸਾਲ ਤੇ ਮੈਂ ਬਕਾਇਦਾ ਸ਼ੇਰ ਕਹਿ ਰਿਹਾ ਸੀ। ਮਤਲਬ ਕੁਝ ਕਾਫੀ ਸਾਲ ਇਸ ਗੱਲ ਨੂੰ ਹੋ ਗਏ ਸਨ ਕਿ ਸਾਈਂ ਜੀ ਨੇ ਇੱਕ ਵਕਤ 'ਚ ਮੇਰੀ ਜਿਹੜੀ ਸ਼ਾਇਰੀ ਉਹਦੇ 'ਚੋਂ ਨਕਸ ਫੜਨਾ ਛੱਡ ਦਿੱਤਾ ਸੀ। ਸਰ, ਇੱਕ ਕਿਹਾ ਜਾਂਦਾ ਸ਼ਾਇਰੀ ਵਧੀਅਤ ਹੁੰਦੀ ਆ, ਉੱਤੋਂ ਤੁਹਾਨੂੰ ਮਿਸਰੇ ਆਉਂਦੇ ਨੇ, ਫਿਰ ਤੁਸੀਂ ਜਿਹੜਾ ਕਹਿੰਦੇ ਹੁੰਦੇ ਸ਼ੇਰ ਕਹਿੰਦੇ ਆ। ਪਤਾ ਨਹੀਂ ਮੈਨੂੰ ਸ਼ਾਇਰੀ ਦਾ ਮੇਰੇ ਖਿਆਲ ਮਜ਼ਮੂਨ ਤੁਸੀਂ ਕਹਿ ਸਕਦੇ ਹੋ ਵਧੀਅਤ ਹੁੰਦਾ, ਵਰਨਾ ਐਡਾ ਕੋਈ ਢਲਿਆ ਢਲਾਇਆ ਰਦੀਫ ਕਾਫੀਏ ਸਮੇਤ ਕਦੀ ਤੋਂ ਨਹੀਂ ਆਮਦ। ਜਿਹੜੇ ਤੁਹਾਨੂੰ ਮਤਲਬ ਤੁਸੀਂ ਇੱਕ ਸ਼ੇਰ ਲਿਖ ਲਿਆ, ਹੁਣ ਤੁਸੀਂ ਗਜ਼ਲ ਦਾ ਦੂਸਰਾ ਸ਼ੇਰ ਲਿਖਣਾ ਹੈ, ਉਹਦੀ ਆਮਦ ਉਸ ਰਦੀਫ ਕਾਫੀਏ ਨਾਲ ਹੋਣੀ ਹੈ। ਅਗਰ ਰਦੀਫ ਕਾਫੀਏ ਨਾਲ ਹੋਣੀ ਹੈ ਤਾਂ ਫਿਰ ਰਦੀਫ ਕਾਫੀ ਦੀ ਗਲਤੀਆਂ ਕਿਸ ਤਰ੍ਹਾਂ ਹੋ ਜਾਂਦੀਆਂ ਨੇ ਲੋਕਾਂ ਕੋਲ। ਇਹ ਹੁਣ ਤੇ ਖੈਰ ਨਫਸਿਆਤ 'ਚ ਮਸਲੇ ਤੈਅ ਹੋ ਗਏ ਨੇ, ਉਸ ਤਰ੍ਹਾਂ ਨਹੀਂ ਹੁੰਦਾ। ਹਾਂ, ਕੋਈ ਟਰਾਂਸ ਹੁੰਦੀ ਹੈ, ਕੋਈ ਚੀਜ਼ ਜਿਹਦੇ 'ਚ ਤੁਸੀਂ ਸ਼ੇਰ ਕਹਿ ਰਹੇ ਹੁੰਦੇ ਉਹਦੇ ਵਿੱਚ ਹੀ ਹੁੰਦਾ। ਐਸਾ ਨਾ ਕੋਈ ਨਹੀਂ ਹੁੰਦਾ ਢਲਿਆ ਢਲਾਇਆ। ਨਸਰੀ ਨਜ਼ਮ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਪਤਾ ਨਹੀਂ, ਨਸਰੀ ਨਜ਼ਮ ਦੇ ਮੁਤਲਕ ਮੇਰੀ ਤਰਫੋਂ ਤਵੀਲ ਖਾਮੋਸ਼ੀ ਹੈ। ਅੱਛਾ ਸਰ, ਸ਼ੇਰ ਦੀ ਤੁਸੀਂ ਤਾਰੀਫ ਕਰੋਗੇ ਤੇ ਕੀ ਕਰੋਗੇ? ਪਤਾ ਨਹੀਂ, ਮੈਨੂੰ ਤਾਂ ਲੱਗਦਾ ਕਿ ਇੱਕ ਤਾਂ ਲਗੀ ਬੰਦੀ ਤਾਰੀਫ ਹੈ ਜਿਹੜੀ ਕਦੀਮ ਅਰਬ ਤੋਂ ਇੱਥੇ ਆਈ ਹੋ, ਉਸ ਤਰ੍ਹਾਂ ਨਹੀਂ ਹੈ। ਲੇਕਿਨ ਬਸ ਸ਼ਾਇਰੀ ਹੁੰਦੀ ਹੈ, ਹੋਰ ਦੇ ਮਤਲਬ ਕੋਈ ਮਤਲਬ ਤਜਰੀਦੀ ਕੁਝ ਚੀਜ਼ਾਂ ਹੁੰਦੀਆਂ ਨੇ, ਜਾਂ ਕੁਛ ਇਸ ਤਰ੍ਹਾਂ ਆਰਟ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ। ਮਤਲਬ ਤੁਸੀਂ ਫਿਰ ਨਸਰੀ ਨਜ਼ਮ ਦੀ ਕੋਈ ਤਾਰੀਫ ਕਰ ਦੇਣਾ, ਮੈਂ ਤੁਹਾਨੂੰ ਕਹਿ ਦਿਆਂਗਾ, ਜਾਂ ਪ੍ਰੋਜ਼ ਦੀ ਕੋਈ ਤਾਰੀਫ ਤੁਸੀਂ ਉਸ ਤਰ੍ਹਾਂ ਨਹੀਂ ਕਰ ਸਕਦੇ। ਚੀਜ਼ਾਂ ਨੂੰ ਇਸ ਤਰ੍ਹਾਂ ਤੁਸੀਂ ਬੰਦ ਨਹੀਂ ਕਰ ਸਕਦੇ ਇਨਵਾਈਟਿਡ ਕਮੈਂਟ। ਸ਼ਾਇਰੀ ਬਸ ਸ਼ਾਇਰੀ ਹੈ, ਰਿਦਮ ਉਹਦੇ 'ਚ ਇੱਕ ਚੀਜ਼ ਜ਼ਰੂਰ ਹੈ ਜਿਹੜੀ ਮੈਂ ਮੰਨਦਾ ਵਾਂ, ਉਹਦੇ ਵਿੱਚ ਇੱਕ ਰਿਦਮ ਹੁੰਦਾ, ਔਰ ਉਹ ਬਾਕੀ ਤੇ ਹਰ ਜਿਹੜਾ ਕਲਾਮ ਹੈ ਉਹ ਸ਼ੇਰ ਹੋ ਸਕਦਾ, ਪਰ ਜਿਹੜਾ ਮਾਮਲਾ ਨਹੀਂ ਹੁੰਦਾ।